ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 32ਵੇਂ ਭਾਗ ਵਿੱਚ ਸੁਣੋ ਰਾਉਥ ਚਾਈਲਡ, ਵੈਟੀਕਨ ਅਤੇ ਨਵਾਂ ਵਿਸ਼ਵ ਢਾਂਚਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਲੀ ਦੀ ਧਰਤੀ ਯੂਰਪ ਦੇ ਹੇਠਾਂ ਉਸੇ ਤਰ੍ਹਾਂ ਲਟਕੀ ਹੋਈ ਹੈ ਜਿਵੇਂ ਏਸ਼ੀਆ ਦੇ ਹੇਠਾਂ ਕੋਰੀਆ। ਇਸ ਦੇ ਤਿੰਨ ਪਾਸੇ ਪਾਣੀ ਹੈ। ਇਟਲੀ ਅੰਦਰ ਪ੍ਰਾਚੀਨ ਰੋਮ ਇੱਕ ਖੇਤੀ ਬਸਤੀ ਵਾਂਗ ਕਰੀਬ 1000 BC ਵਿੱਚ ਸ਼ੁਰੂ ਹੋਇਆ। ਮੈਡੀਟਰੇਨੀਅਨ ਸਮੁੰਦਰ ਕੰਢਿਓਂ ਸ਼ੁਰੂ ਹੋ ਕੇ ਇਸ ਨੇ ਪ੍ਰਾਚੀਨ ਦੁਨੀਆ ਦਾ ਸਭ ਤੋਂ ਵੱਡਾ ਰੋਮਨ ਸਾਮਰਾਜ ਕਾਇਮ ਕੀਤਾ। ਇੱਕ ਰਾਜੇ ਤੋਂ ਸ਼ੁਰੂ ਹੋ ਕੇ ਇੱਕ ਫੌਜੀ ਜੁੰਡਲੀ ਅਤੇ ਫਿਰ ਇੱਕ ਵਿਅਕਤੀ ਦੇ ਕਾਬੂ ਹੇਠ ਰਹਿ ਕੇ ਦੱਖਣ ਪੱਛਮੀ ਯੂਰਪ, ਦੱਖਣ ਪੂਰਬੀ ਯੂਰਪ ਅਤੇ ਮੈਡੀਟਰੇਨੀਅਨ ਇਲਾਕੇ ਨੂੰ ਲੜਾਈਆਂ ਜਾਂ ਦਬਾਅ ਨਾਲ ਹੜੱਪ ਕਰ ਲਿਆ। ਅੰਦਰੂਨੀ ਅਸਥਿਰਤਾ ਅਤੇ ਉਖੜੇ ਲੋਕਾਂ ਵੱਲੋਂ ਬਾਰ-ਬਾਰ ਹਮਲਿਆਂ ਕਾਰਨ ਰੋਮਨ ਸਾਮਰਾਜ ਦੇ ਪੱਛਮੀ ਭਾਗ ਦੇ 5ਵੀਂ ਸਦੀ ਦੇ ਈਡੀ ਵੇਲੇ ਕਈ ਟੋਟੇ ਹੋ ਗਏ। ਹਿਸਪਾਨੀਆ, ਗਾਲ, ਬ੍ਰਿਟਾਨੀਆ ਅਤੇ ਅਫਰੀਕਾ। ਰੋਮਨ ਸਾਮਰਾਜ ਦੇ ਪੂਰਬੀ ਭਾਗ ਉੱਤੇ ਇਸ ਦਾ ਅਸਰ ਨਹੀਂ ਹੋਇਆ। ਇਸ ਦਾ ਰਾਜ ਕੇਂਦਰ ਸੀ ਕਾਂਸਟੈਂਟੀਨੋਪੋਲ, ਅੱਜ ਦਾ ਇਸਤੰਬੁਲ, ਅਤੇ ਇਸ ਦੇ ਅਧੀਨ ਸਨ ਗਰੀਸ, ਏਸ਼ੀਆ ਮਾਈਨਰ ਛੋਟਾ, ਸੀਰੀਆ ਅਤੇ ਮਿਸਰ। ਅੱਗੋਂ ਚੱਲਦੇ ਸੀਰੀਆ ਅਤੇ ਮਿਸਰ ਅਰਬ ਇਸਲਾਮੀ ਸਾਮਰਾਜ ਵਿੱਚ ਚਲੇ ਗਏ। ਫਿਰ ਵੀ ਪੂਰਬੀ ਰੋਮਨ ਸਾਮਰਾਜ 1000 ਸਾਲ ਹੋਰ ਕਾਇਮ ਰਿਹਾ ਅਤੇ ਆਖਰ ਇਸ ਨੂੰ ਤੁਰਕੀ ਦੇ ਓਟੋਮਨ ਸਾਮਰਾਜ ਨੇ ਕਾਬੂ ਕਰ ਲਿਆ। ਪੱਛਮੀ ਰੋਮਨ ਸਾਮਰਾਜ ਨੂੰ ਬਾਈਜ਼ੈਂਟੀਨ ਸਾਮਰਾਜ ਵੀ ਕਿਹਾ ਜਾਂਦਾ ਹੈ। ਇਸ ਦੇ ਰਾਜੇ ਸਿੱਧੇ ਕਰਾਈਸਟ ਦੇ ਥਾਪੇ ਮੰਨੇ ਜਾਂਦੇ ਹਨ। ਇਸੇ ਲਈ ਪੱਛਮੀ ਰੋਮਨ ਸਾਮਰਾਜ ਨੂੰ ਈਸਾਈ ਮੱਤ ਵਾਲਾ ਮੰਨਿਆ ਜਾਂਦਾ ਹੈ। ਰੋਮ ਦੀ ਸ਼ੁਰੂਆਤ 753 BC ਦੀ 21 ਅਪ੍ਰੈਲ ਤੋਂ ਮੰਨੀ ਜਾਂਦੀ ਹੈ। ਰੋਮੂਲਸ ਅਤੇ ਰੇਮੂਸ ਇਸ ਦੇ ਬਾਨੀ ਸਨ। ਰੋਮਨ ਰਿਪਬਲਿਕ 509 BC ਵਿੱਚ ਬਣੀ, ਜਦੋਂ ਆਕੜ ਖਾਨ ਤਾਰੁਕ-ਇਨ ਰਾਜੇ ਨੂੰ ਉਲਟ ਦਿੱਤਾ ਗਿਆ। ਇੱਕ ਸੰਵਿਧਾਨ ਬਣਿਆ ਜਿਸ ਵਿੱਚ ਹਕੂਮਤੀ ਸ਼ਕਤੀਆਂ ਦੀ ਵੰਡ ਕੀਤੀ ਗਈ। ਰੋਮਨ ਸਾਮਰਾਜ ਨੇ ਆਲੇ ਦੁਆਲੇ ਦੇ ਦੇਸ਼ਾਂ ਅੰਦਰ ਪੈਰ ਪਸਾਰਨੇ ਸ਼ੁਰੂ ਕੀਤੇ ਅਤੇ 2 ਸਦੀ BC ਵਿੱਚ ਮੈਡੀਟਰੇਨੀਅਨ ਇਲਾਕੇ ਦੇ ਲੋਕਾਂ ਉੱਤੇ ਗਲਬਾ ਪਾ ਲਿਆ। ਬਾਹਰ ਲੜਾਈਆਂ ਲੜਨ ਲਈ ਫੌਜਾਂ ਕਿੱਥੋਂ ਭਰਤੀ ਹੁੰਦੀਆਂ ਸਨ? ਕਿਸਾਨਾਂ ਵਿੱਚੋਂ। ਜਦੋਂ ਉਹ ਬਹੁਤਾ ਚਿਰ ਘਰੋਂ ਬਾਹਰ ਰਹਿੰਦੇ ਸਨ ਤਾਂ ਉਹਨਾਂ ਦੀਆਂ ਖੇਤੀਆਂ ਉਜੜਦੀਆਂ ਸਨ। ਇਸ ਲਈ ਬਾਹਰਲੇ ਦੇਸ਼ਾਂ ਤੋਂ ਬੰਦੀ ਲਿਆਂਦੇ ਰਹੇ। ਵੱਡੇ ਵੱਡੇ ਫਾਰਮ ਬੰਦੀਆਂ ਦੁਆਰਾ ਚੱਲਣ ਲੱਗ ਪਏ। ਉਜਰਤ ਕਰਨ ਵਾਲੇ ਘਟ ਗਏ। ਸਿਆਸੀ ਨੇਤਾ, ਜਿਨ੍ਹਾਂ ਨੂੰ ਸੈਨੇਟਰ, ਅੱਜ ਦੇ ਅਮਰੀਕਨ ਸੈਨੇਟਰਾਂ ਵਾਂਗ ਕਿਹਾ ਜਾਂਦਾ ਸੀ, ਆਪਣੇ ਇਲਾਕਿਆਂ ਦੇ ਸਿਰ ਤੇ ਅਮੀਰ ਹੋ ਗਏ। ਜੰਗੀ ਲੁੱਟ ਦੇ ਮਾਲ ਅਤੇ ਬੰਦੀ ਮਦਦ ਹੱਥੋਂ ਚੋਖੀ ਪੈਦਾਵਾਰ ਦੇ ਨਾਲ ਵਪਾਰੀਆਂ ਦੀ ਇੱਕ ਨਵੀਂ ਜਮਾਤ ਪੈਦਾ ਹੋ ਗਈ। ਸੈਨੇਟਰਾਂ ਨੇ ਰੋਮ ਦੇ ਵਿਹਲੜਾਂ ਵਿੱਚੋਂ ਗੁੰਡੇ ਪਾਲਣੇ ਸ਼ੁਰੂ ਕੀਤੇ। ਰੋਮ ਦੀ ਸ਼ਹਿਰੀਅਤ ਦੇ ਸਵਾਲ ਉੱਤੇ ਕਈ ਲੜਾਈਆਂ ਹੋਈਆਂ। ਮਸਾਂ ਹੀ ਰਿਪਬਲਿਕ ਨੂੰ ਕਾਬੂ ਹੇਠ ਆਂਦਾ ਜੂਲੀਅਸ ਸੀਜ਼ਰ, ਪਾਂਪੇ ਅਤੇ ਕਰਾਸਸ ਨੇ। ਸੈਨੇਟ ਦੀ ਮੀਟਿੰਗ ਵਿੱਚੋਂ ਜੂਲੀਅਸ ਸੀਜ਼ਰ ਨੂੰ ਉਮਰ ਭਰ ਲਈ ਡਿਕਟੇਟਰ ਬਣਾ ਦਿੱਤਾ ਗਿਆ। ਨੋਟ ਕਰੋ ਸੈਨੇਟ ਅਤੇ ਸੈਨੇਟਰ ਲਫ਼ਜ਼ਾਂ ਦਾ, ਜੋ ਅੱਜ ਕੱਲ੍ਹ ਅਮਰੀਕਾ ਵਿੱਚ ਵਰਤੇ ਜਾਂਦੇ ਹਨ। ਸੀਜ਼ਰ ਨੂੰ 45 BC ਵਿੱਚ ਕਤਲ ਕੀਤਾ ਗਿਆ। ਫਿਰ ਕਈ ਛੋਟੀਆਂ ਮੋਟੀਆਂ ਘਟਨਾਵਾਂ ਪਿੱਛੋਂ ਸ਼ਖਸੀ ਰਾਜ ਸ਼ੁਰੂ ਹੋ ਗਿਆ। ਰੋਮਨ ਸਮਾਜ ਕਈ ਵਰਗਾਂ ਦੇ ਵਿੱਚ ਸੀ, ਜਿਸ ਵਿੱਚ ਸਭ ਤੋਂ ਹੇਠਾਂ ਆਉਂਦੇ ਸਨ ਗੁਲਾਮ ਜਾਂ ਬੰਦੀ, ਉਹਨਾਂ ਤੋਂ ਉੱਪਰ ਆਜ਼ਾਦ ਕੀਤੇ ਬੰਦੀ, ਉਹਨਾਂ ਤੋਂ ਉੱਤੇ ਪੈਦਾਇਸ਼ੀ ਆਜ਼ਾਦ ਸ਼ਹਿਰੀ। ਵੋਟ ਦਾ ਢੰਗ ਵੀ ਇਸ ਤਰ੍ਹਾਂ ਕਾਇਮ ਕੀਤਾ ਗਿਆ ਕਿ ਕੇਵਲ ਅਮੀਰ ਕੁਨਬਿਆਂ ਤੋਂ ਹੀ ਨੇਤਾ ਚੁਣੇ ਜਾ ਸਕਣ। ਸਮਾਜ ਟੱਬਰ ਉੱਤੇ ਆਧਾਰਿਤ ਸੀ, ਜਿਸ ਵਿੱਚ ਪਿਤਾ ਕੋਲ ਬੇਅੰਤ ਸ਼ਕਤੀ ਸੀ। ਬਾਲ ਬੱਚਿਆਂ, ਨੌਕਰਾਂ ਅਤੇ ਬੰਦੀਆਂ ਉੱਪਰ ਉਹ ਬੱਚਿਆਂ ਦੀ ਸ਼ਾਦੀ ਜਬਰੀ ਕਰਵਾ ਸਕਦਾ ਸੀ, ਬੱਚਿਆਂ ਨੂੰ ਬੰਦੀ ਪੁਣੇ ਵਿੱਚ ਵੇਚ ਸਕਦਾ ਸੀ, ਇੱਥੋਂ ਤੱਕ ਕਿ ਕਤਲ ਵੀ ਕਰ ਸਕਦਾ ਸੀ। ਰੋਮ ਅਤੇ ਰੋਮਨ ਸਾਮਰਾਜ ਨੂੰ ਪੜ੍ਹਦਿਆਂ ਸਮਝਦਿਆਂ ਉਮਰਾਂ ਲੰਘ ਜਾਂਦੀਆਂ ਹਨ। ਸਾਡਾ ਇਸ ਵੇਲੇ ਮੰਤਵ ਇਹ ਹੈ ਕਿ ਜਾਣੀਏ ਕਿ ਈਸਾਈ ਮਤ ਰੋਮ ਵਿੱਚ ਸ਼ੁਰੂ ਹੋ ਕੇ
ਵੈਟੀਕਨ ਦੀ ਹਸਤੀ ਤੱਕ ਕਿਵੇਂ ਪਹੁੰਚਿਆ ਅਤੇ ਕਿਵੇਂ ਇਸ ਦਾ ਭਾਰੀ ਪਰਛਾਵਾਂ ਅੱਜ ਦੀ ਕੁੱਲ ਦੁਨੀਆ ਦੇ ਉੱਪਰ ਪੈ ਰਿਹਾ ਹੈ। ਪਹਿਲੀ ਸਦੀ ਏਡੀ ਵਿੱਚ ਸਰਕਾਰੀ ਨੀਤੀ ਈਸਾਈ ਮਤ ਦੀ ਵਿਰੋਧੀ ਸੀ। ਕਿਸੇ ਵੇਲੇ ਤਾਂ ਕੇਵਲ ਈਸਾਈ ਹੋਣ ਕਰਕੇ ਮੌਤ ਦੀ ਸਜ਼ਾ ਮਿਲ ਸਕਦੀ ਸੀ। ਬਾਦਸ਼ਾਹ ਡਾਇਓਕਲੀਸ਼ਨ ਵੇਲੇ ਤਾਂ ਈਸਾਈਆਂ ਉੱਤੇ ਡਾਢੀ ਸ਼ਕਤੀ ਆਈ। ਉਸ ਤੋਂ ਪਿੱਛੋਂ ਆਇਆ ਬਾਦਸ਼ਾਹ ਕਾਂਸਟੈਂਟੀਨ ਇੱਕ, ਜਿਸ ਨੇ ਰੋਮਨ ਰਾਜ ਵਿੱਚ ਈਸਾਈ ਮਤ ਨੂੰ ਸਰਕਾਰੀ ਧਰਮ ਦਾ ਦਰਜਾ ਦੇ ਦਿੱਤਾ। ਇਹ ਐਲਾਨ ਮਿਲਾਨ ਸ਼ਹਿਰ ਵਿੱਚ ਕੀਤਾ ਗਿਆ। ਬਾਦਸ਼ਾਹ ਥੀਓਡੋਸੀਅਸ ਨੇ 391 ਈਡੀ ਵਿੱਚ ਈਸਾਈ ਮਤ ਨੂੰ ਛੱਡ ਕੇ ਹੋਰ ਕੁੱਲ ਧਰਮਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ। ਵੈਟੀਕਨ ਇੱਕ ਆਜ਼ਾਦ ਸ਼ਹਿਰ ਦੇਸ਼ ਹੈ, ਇਟਲੀ ਦੀ ਰਾਜਧਾਨੀ ਰੋਮ ਦੇ ਅੰਦਰ। ਇਸ ਦੀ ਕੁੱਲ ਧਰਤੀ 110 ਏਕੜ ਹੈ ਅਤੇ ਆਬਾਦੀ 800 ਦੇ ਕਰੀਬ। ਇਸ ਸ਼ਹਿਰ ਦੀ ਹਸਤੀ ਐਨ ਉਸੇ ਤਰ੍ਹਾਂ ਹੈ ਜਿਵੇਂ ਲੰਡਨ ਇੰਗਲੈਂਡ ਦੇ ਅੰਦਰ 1 ਵਰਗ ਮੀਲ ਦਾ ਸਿਟੀ ਅਤੇ ਅਮਰੀਕਾ ਦੇ ਅੰਦਰ ਡਿਸਟ੍ਰਿਕਟ ਕੋਲੰਬੀਆ 100 ਵਰਗ ਮੀਲ ਦੇ ਅੰਦਰ। ਇਹ ਤਿੰਨੇ ਥਾਂ ਆਜ਼ਾਦ ਹਨ ਉਹਨਾਂ ਦੇਸ਼ਾਂ ਤੋਂ ਜਿਨ੍ਹਾਂ ਦੇ ਅੰਦਰ ਇਹ ਹਨ। ਵੈਟੀਕਨ ਸ਼ਹਿਰ 1929 ਵਿੱਚ ਕਾਇਮ ਕੀਤਾ ਗਿਆ। ਇਸ ਦੀ ਹੋਂਦ ਉਸ ਈਸਾਈ ਮਤ ਦੀ ਵੱਡੀ ਲਹਿਰ ਨਾਲੋਂ ਬਿਲਕੁਲ ਵੱਖਰੀ ਹੈ ਜਿਸ ਦੀ ਕੁੱਲ ਦੁਨੀਆ ਦੇ ਅੰਦਰ 125 ਕਰੋੜ ਲੋਕਾਂ ਦੀ ਰਿਆਇਆ ਹੈ। ਵੈਟੀਕਨ ਸ਼ਹਿਰ ਦੇ ਹੁਕਮਨਾਮੇ ਇਤਾਲਵੀ ਜ਼ਬਾਨ ਵਿੱਚ ਛਪਦੇ ਹਨ, ਜਦ ਕਿ ਹੋਲੀ ਸੀ ਜਾਂ ਧਾਰਮਿਕ ਰਾਜ ਦੇ ਹੁਕਮ ਲਾਤੀਨੀ ਭਾਸ਼ਾ ਵਿੱਚ ਆਉਂਦੇ ਹਨ। ਦੋਹਾਂ ਦੇ ਪਾਸਪੋਰਟ ਵੀ ਅੱਡਰੇ ਹਨ, ਭਾਵੇਂ ਕਿ ਉਹਨਾਂ ਦੀ ਗਿਣਤੀ ਬਹੁਤ ਛੋਟੀ ਹੈ। ਗਿਰਜਿਆਂ ਦੀਆਂ ਬਹੁਤ ਵੱਡੀਆਂ ਰਿਆਸਤਾਂ ਰਹੀਆਂ ਹਨ ਸੰਨ 1752 ਤੋਂ 1870 ਤੱਕ। ਇਟਲੀ ਦੇ ਸਭ ਤੋਂ ਉਪਜਾਊ ਇਲਾਕੇ ਇਹਨਾਂ ਕੋਲ ਸਨ। ਇਹ ਪੌਪਈ ਹਕੂਮਤਾਂ ਦੋ ਢੰਗਾਂ ਨਾਲ ਚੱਲਦੀਆਂ ਸਨ। ਇੱਕ ਹਾਕਮ ਪੌਪ ਦੇ ਦੁਨਿਆਵੀ ਹੁਕਮ ਅਤੇ ਦੂਜੇ ਉਸ ਦੀ ਰੂਹਾਨੀ ਧਾਰਮਿਕ ਸੱਤਾ। 1860 ਵਿੱਚ ਇਟਲੀ ਦੀ ਬਾਦਸ਼ਾਹਿਤ ਕਾਇਮ ਹੋਣ ਦੇ ਨਾਲ ਬਹੁਤ ਸਾਰੇ ਪੌਪਈ ਇਲਾਕੇ ਉਸ ਰਿਆਸਤ ਵਿੱਚ ਰਲਾਏ ਗਏ। ਉਸ ਦਾ ਆਖਰੀ ਹਿੱਸਾ ਰੋਮ ਦਾ ਸ਼ਹਿਰ ਅਤੇ ਆਲਾ ਦੁਆਲਾ 1870 ਵਿੱਚ ਰਲਾ ਲਿਆ ਗਿਆ। ਜ਼ਾਹਰ ਹੈ ਕਿ ਈਸਾਈ ਪਿਤਾਮਾ ਰਾਜ ਨੂੰ ਚੋਖਾ ਧੱਕਾ ਲੱਗਿਆ। ਇਸ ਸਮੇਂ ਦੀ ਉਥਲ ਪੁਥਲ ਵਿੱਚ ਪੋਪ ਪੀਓ ਨੈਨੋ ਨੂੰ ਭੇਸ ਬਦਲ ਕੇ 15 ਨਵੰਬਰ 1869 ਨੂੰ ਰੋਮ ਸ਼ਹਿਰ ਤੋਂ ਭੱਜਣਾ ਪਿਆ। ਉਸ ਦੇ ਨਾਲ ਉਸ ਦਾ ਸਿਆਸੀ ਅਤੇ ਕਾਨੂੰਨੀ ਸਲਾਹਕਾਰ ਸੀ ਮਾਰਕੈਂਟੋਨੀਓ ਪਾਲੇਸੀ। ਉਹਨਾਂ ਨੇ ਗੁਆਂਢੀ ਰਾਜ ਨੇਪਲਜ਼ ਦੇ ਅੰਦਰ ਜਾ ਸ਼ਰਨ ਲਈ। ਇਸ ਮਹਿਫੂਜ਼ ਕਿਲੇ ਅੰਦਰੋਂ ਪੌਪ ਪੀਓ ਨੈਨੋ ਨੇ ਸਿਆਸੀ ਹਵਾ ਬਦਲਣ ਵਾਲਿਆਂ ਦੇ ਖਿਲਾਫ ਫਿਟਕਾਰਾਂ ਦੀ ਬੁਛਾੜ ਆਰੰਭ ਕੀਤੀ। ਉਸ ਨੇ ਡੈਮੋਕ੍ਰੇਸੀ ਨੂੰ ਇੱਕ ਮਹਾਂ ਧਰੋ ਦੱਸਿਆ ਅਤੇ ਵੋਟਰਾਂ ਨੂੰ ਈਸਾਈ ਪੰਥ ਅੰਦਰੋਂ ਛੇਕ ਦੇਣ ਦੀ ਧਮਕੀ ਦਿੱਤੀ। ਯਾਦ ਰਹੇ, ਪੌਪ ਧਰਤੀ ਦੇ ਕੁੱਲ ਈਸਾਈਆਂ ਦਾ ਮਹਾਰਾਜਾ ਹੈ। ਉਸ ਦਾ ਹਰ ਉਚਰਿਆ ਫਰਮਾਨ ਇੱਕ ਮੀਲ ਪੱਥਰ ਤੇ ਲਕੀਰ ਹੈ। ਇੰਜ 1 ਸਾਲ ਚੱਲਦਾ ਰਿਹਾ। ਫਿਰ ਰੌਥਚਾਈਲਡ ਵੱਲੋਂ ਦਿੱਤੇ ਕਰਜ਼ੇ ਅਤੇ ਫਰਾਂਸ ਦੀਆਂ ਸੰਗੀਨਾਂ ਦੀ ਮਦਦ ਨਾਲ ਪੌਪ ਪੀਓ ਨੈਨੋ ਨੇ ਵਾਪਸ ਰੋਮ ਸ਼ਹਿਰ ਅਤੇ ਲਾਗਲੇ ਬਚੇ ਖੁਚੇ ਇਲਾਕਿਆਂ ਉੱਤੇ ਆਪਣਾ ਰਾਜ ਸ਼ੁਰੂ ਕੀਤਾ। ਵੈਟੀਕਨ ਇਤਿਹਾਸ ਅੰਦਰ ਰੌਥਚਾਈਲਡਾਂ ਦੇ ਨਾਲ ਇਸ ਸਮੇਂ ਦਾ ਮਿਲਾਪ ਬਹੁਤ ਮਹੱਤਵ ਰੱਖਦਾ ਹੈ, ਬਲਕਿ ਵੈਟੀਕਨ ਦੀ ਹੋਂਦ ਰੌਥਚਾਈਲਡ ਦੇ ਉੱਪਰ ਪੂਰੀ ਤਰ੍ਹਾਂ ਨਿਰਭਰ ਸੀ। ਇਸੇ ਹੀ ਤਰ੍ਹਾਂ ਮਾਰਕੈਂਟੋਨੀਓ ਪਾਲੇਸੀ ਦੇ ਰੌਥਚਾਈਲਡਾਂ ਦੇ ਨਾਲ ਗੂੜ੍ਹੇ ਸੰਬੰਧ ਸਨ। ਇਟਲੀ ਦੀ ਰਾਜਧਾਨੀ ਰੋਮ ਦੇ ਅੰਦਰ 1929 ਵਿੱਚ ਵੈਟੀਕਨ ਸ਼ਹਿਰ ਦੀ ਇੱਕ ਆਜ਼ਾਦ ਰਿਆਸਤ ਬਣ ਜਾਣਾ ਬਹੁਤ ਵੱਡੀ ਸਿਆਸੀ ਜਿੱਤ ਸੀ। ਅੱਜ ਦੇ ਸਮੇਂ ਕੁੱਲ ਦੁਨੀਆ ਦੇ 120 ਕਰੋੜ ਰੋਮਨ ਕੈਥੋਲਿਕ ਈਸਾਈਆਂ ਲਈ ਇੱਕ ਤਰ੍ਹਾਂ ਦੀ ਰਾਜਧਾਨੀ ਹੈ। ਇੱਥੇ ਬੈਠਾ ਪੋਪ ਕੁੱਲ ਦੁਨੀਆ ਦਾ ਰਾਜਾ ਹੈ। ਰੋਮਨ ਚਰਚ ਦੀ ਔਖੀ ਘੜੀ ਵਿੱਚ ਜਿਨ੍ਹਾਂ ਵੀ ਸਰਦਾਰਾਂ ਨੇ ਸਾਥ ਨਹੀਂ ਸੀ ਛੱਡਿਆ, ਉਹਨਾਂ ਨੂੰ ਕਾਲੇ ਸਰਦਾਰ ਜਾਂ ਬਲੈਕ ਨੇਬੋਲਟੀ ਕਿਹਾ ਜਾਂਦਾ ਸੀ। ਮਾਰਕੈਂਟੋਨੀਓ ਪਾਲੇਸੀ ਦੇ ਕਈ ਬੱਚਿਆਂ ਚੋਂ ਇੱਕ ਸੀ। 1837 ਵਿੱਚ ਜੰਮਿਆ ਫਿਲਿੱਪੋ ਦਾ ਪੁੱਤਰ ਸੀ ਜੀਨਲੀਓ ਪਾਲੇਸੀ, ਜੋ ਅੱਗੋਂ ਚੱਲ ਕੇ ਪੋਪ ਪਾਇਸ 12 ਬਣਿਆ। ਗਾਈ ਰੌਥਚਾਈਲਡ ਨੇ, ਜੋ ਜੀਨੀਓ ਦੇ ਪੌਪ ਬਣਨ ਤੋਂ 8 ਸਾਲ ਪਹਿਲਾਂ ਤੋਂ
ਚਿੱਠੀ ਪੱਤਰ ਰਾਹੀਂ ਬਣਾ ਕੇ ਰੱਖਣੀ ਸ਼ੁਰੂ ਕੀਤੀ ਸੀ। ਬੈਂਕਿੰਗ ਕਿੱਤੇ ਵਿੱਚ ਇਹ ਉਸ ਦੀ ਸਭ ਤੋਂ ਉੱਪਰਲੀ ਡਿਊਟੀ ਸੀ। ਉਸ ਵੇਲੇ ਸੀ ਉਹ ਕਾਰਡੀਨਲ ਭਲੇ ਸੀ, ਜੋ ਪਵਿੱਤਰ ਖਜ਼ਾਨੇ ਦਾ ਰਖਵਾਲਾ ਸੀ, ਅਤੇ ਰਾਉਥਚਾਈਲਡ ਬੈਂਕ ਵਿੱਚ ਇੱਕ ਨਿੱਕਾ ਜਿਹਾ ਖਾਤਾ ਵੀ ਸੀ। ਉਹ ਨਹਾਇਤ ਹੁਸ਼ਿਆਰ ਵਕੀਲ ਸੀ। ਉਸਨੇ ਧਾਰਮਿਕ ਬਲੈਕਮੇਲ ਅਤੇ ਮਕਾਰੀ ਦੇ ਨਾਲ ਜਰਮਨੀ ਦੇ ਉੱਤੇ ਰੋਮ ਦਾ ਗਲਬਾ ਪਾ ਦਿੱਤਾ। 1933 ਵਿੱਚ ਉਸਨੇ ਹਿਟਲਰ ਦੇ ਨਾਲ ਇੱਕ ਸੰਧੀ ਕੀਤੀ, ਅਰੀਸ਼ ਕੌਨਕਰੈਕਟ, ਜਿਸ ਅਨੁਸਾਰ ਕੁੱਲ ਈਸਾਈ ਮਤ ਨੇ ਹਿਟਲਰ ਨੂੰ ਨਿਰਵਿਰੋਧ ਜਿੱਤਣ ਦੇਣਾ ਸੀ। ਜੀਜਨੀਲੋ ਪਾਲੇਸੀ ਅੰਦਰ ਪਵਿੱਤਰਤਾ ਦੀ ਥਾਂ ਕੁਟਲਤਾ ਭਰੀ ਹੋਣ ਦੇ ਬਾਵਜੂਦ ਉਹ ਛੁਪਿਆ ਕਿਵੇਂ ਰਿਹਾ, ਜਦਕਿ ਉਸ ਦੇ ਰਾਉਥਚਾਈਲਡਾਂ ਦੇ ਨਾਲ ਜਾਤੀ ਸੰਬੰਧ ਹਨ। ਗਾਈ ਰਾਉਥਚਾਈਲਡ ਉਸ ਦਾ ਚਿੱਠੀ ਪੱਤਰ ਰਾਹੀਂ ਦੋਸਤ ਸੀ, ਪੌਪ ਬਣ ਤੋਂ 8 ਸਾਲਾਂ ਤੋਂ ਪਹਿਲਾਂ ਦਾ। ਪਲੇਸੀ ਇੱਕ ਤਰ੍ਹਾਂ ਹਿਟਲਰ ਦਾ ਪੌਪ ਸੀ। ਆਪ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਹਿਟਲਰ ਨਾਰਥ ਰਾਉਥਚਾਈਲਡ ਦੀ ਨਾਜਾਇਜ਼ ਔਲਾਦ ਦਾ ਪੁੱਤਰ ਸੀ। ਇੰਜ ਪਲੇਸੀ ਦੋਹਰੇ ਰਾਉਥਚਾਈਲਡਾਂ ਦਾ ਪੌਪ ਸੀ। ਬੌਰਨ ਐਵਰੋ ਮੈਨਹਟਨ ਨੇ ਵੈਟੀਕਨ ਉੱਤੇ ਕਈ ਦਿਲ ਕੰਬਾਊ ਕਿਤਾਬਾਂ ਲਿਖੀਆਂ ਹਨ। ਉਹਨਾਂ ਵਿੱਚੋਂ ਇੱਕ ਹੈ ਵੈਟੀਕਨ ਬਿਲੀਅਨਜ਼। ਕਈ ਖੋਜੀਆਂ ਇਤਿਹਾਸਕਾਰਾਂ ਅਤੇ ਇੱਕ ਅਮਰੀਕੀ ਕਾਂਗਰਸਮੈਨ ਦਾ ਕਹਿਣਾ ਹੈ ਯਹੂਦੀ ਹੁਕਮਾਂ ਅੰਦਰ ਵੈਟੀਕਨ ਚਾਨਣ ਬਰਦਾਰਾਂ ਇਲਮਿਊਨਾਟੀ ਦੇ ਰਸਤੇ ਅਮਰੀਕੀ ਫੈਡਰਲ ਰਿਜ਼ਰਵ ਨੂੰ ਆਪਣੀ ਮੁੱਠੀ ਹੇਠ ਰੱਖਦਾ ਹੈ। ਇਲੂਮੀਨਾਟੀ 15ਵੀਂ ਸਦੀ ਦਾ ਇੱਕ ਜਰਮਨ ਫਿਰਕਾ ਸੀ, ਜਿਸ ਨੂੰ ਜਹੂਮੀ ਐਡਮ ਵਿਸ਼ਪਤ ਨੇ 1776 ਵਿੱਚ 1 ਮਈ ਨੂੰ ਬਵੇਰੀਆ ਦੀ ਜਸੂਹੀ ਯੂਨੀਵਰਸਿਟੀ ਅੰਦਰ ਸਥਾਪਿਤ ਕੀਤਾ। ਇਹਨਾਂ ਸਮਿਆਂ ਵਿੱਚ ਰੋਮ ਅਤੇ ਯੂਰਪ ਦੇ ਕਈ ਭਾਗਾਂ ਵਿੱਚੋਂ ਮਸੀਹਾਂ ਉੱਤੇ ਸਖਤੀ ਦਾ ਦੌਰ ਸੀ। ਵਿਸ਼ੂਪਤ ਨੇ ਰਾਉਥਚਾਈਲਡਾਂ ਦੀ ਮਦਦ ਨਾਲ ਚਾਨਣ ਬਰਦਾਰਾਂ ਨੂੰ ਉੱਤੇ ਚੁੱਕਿਆ। ਨਿਸ਼ਾਨਾ ਇੱਕ ਹੀ ਸੀ, ਪੌਪ ਦੇ ਆਖੇ ਅੰਦਰ ਲਿਆ ਕੇ ਯੂਰਪੀ ਰਾਜਿਆਂ ਨੂੰ ਸਬਕ ਸਿਖਾਉਣਾ। ਜਸੂਹੀ ਜਰਨੈਲ ਰੀਸੀ ਵਿਸ਼ੂਪਤ ਦੀ ਅਗਵਾਈ 1775 ਤੱਕ ਕਰਦਾ ਰਿਹਾ। ਸਮਝ ਆਈ? ਜਸੂਹੀ ਸੰਗਠਨ ਦੀ ਆਪਣੀ ਜਰਮਨ ਯੂਨੀਵਰਸਿਟੀ ਅੰਦਰ 18ਵੀਂ ਸਦੀ ਵਿੱਚ ਚਾਨਣ ਬਰਦਾਰਾਂ ਦੀ ਸਥਾਪਨਾ ਕੀਤੀ ਗਈ। ਚਾਨਣ ਬਰਦਾਰਾਂ ਨੇ ਰਾਉਥਚਾਈਲਡ ਘਰਾਣੇ ਦੀ ਦੇਖ ਰੇਖ ਸ਼ੁਰੂ ਕੀਤੀ ਅਤੇ ਕੁੱਲ ਦੁਨੀਆ ਅੰਦਰ ਅਤਿਅੰਤ ਮਾਲਦਾਰ ਬਣਾ ਕੇ ਵਿਖਾਇਆ। ਅੱਜ ਚਾਨਣ ਬਰਦਾਰਾਂ ਦੇ ਟੋਲੇ ਵਿੱਚ ਗਿਣੇ ਜਾਂਦੇ ਹਨ ਫ੍ਰੀਮੇਸ਼ਨਜ਼, ਸਕਲ ਐਂਡ ਬੋਨਜ਼, ਕਾਉਂਸਲ ਔਨ ਫਾਰਨ ਰਿਲੇਸ਼ਨਜ਼ ਐਂਡ ਟ੍ਰੀਲੇਟਰਲ ਕਮਿਸ਼ਨ। ਇਹਨਾਂ ਸਭਨਾਂ ਦੇ ਫਰਜ਼ੀ ਪਤੇ, ਮੀਟਿੰਗਾਂ ਅਤੇ ਵੈਬਸਾਈਟਾਂ ਹਨ। ਸਭ ਕੰਮ ਛੁਪ ਕੇ ਹੁੰਦਾ ਹੈ। ਪ੍ਰਧਾਨ ਬੁਸ਼ ਦਾ ਦਾਦਾ ਪ੍ਰੈਸਕਾਟ ਬੁਸ਼ 1917 ਵਿੱਚ ਸਕਲ ਐਂਡ ਬੋਨਜ਼ ਵਿੱਚ ਆਇਆ। 2 ਸਾਲ ਪਿੱਛੋਂ ਐਡੋਲਫ ਹਿਟਲਰ ਵੀ ਇਹ ਸੰਸਥਾ ਵਿੱਚ ਆਇਆ। ਜਰਮਨ ਵਿੱਚ ਇਹ ਸੰਸਥਾ ਦਾ ਨਾਂ ਸੀ ਮੌਤ ਅੰਦਰ ਪਰਪਣ। ਪ੍ਰੈਸਕਾਸਟ ਬੁਸ਼ ਨੇ ਹਿਟਲਰ ਦੀ ਚੜ੍ਹਤ ਵੇਲੇ ਦਿਲ ਖੋਲ੍ਹ ਕੇ ਪੈਸਾ ਦਿੱਤਾ ਹਰੀਮਨ ਬੈਂਕ ਦੇ ਰਸਤੇ। ਹੁਣ ਜਰਾ ਧਿਆਨ ਨਾਲ ਪੜ੍ਹਨਾ। ਹਰੀਮਨ ਬੈਂਕ ਦੇ ਹਿੱਸੇ ਪੁਰਜੇ ਚਲਾਉਣ ਵਾਲੇ ਸਨ ਰਾਉਥਚਾਈਲਡ, ਜਿਹੜੇ ਪੁਸ਼ਤਾਂ ਤੋਂ ਬੈਂਕ ਆਫ ਇੰਗਲੈਂਡ ਚਲਾਉਂਦੇ ਸਨ। ਹੁਣ ਆਉਂਦੀ ਹੈ ਅਸਲ ਗੱਲ। ਬੈਂਕ ਆਫ ਇੰਗਲੈਂਡ ਦੀ ਨਕਦੀ ਆਉਂਦੀ ਸੀ ਰੋਮ ਦੇ ਜੈਸੂਈ ਬੈਂਕ ਤੋਂ। ਥਾਮਸ ਜੈਫਰਸਨ ਦਾ ਕਹਿਣਾ ਹੈ, ਇਹਨਾਂ ਜੈਸੂਅਟਾਂ ਨੇ ਈਸਾਈ ਮਤ ਦਾ ਹੁਲੀਆ ਵਿਗਾੜ ਦਿੱਤਾ ਹੈ ਅਤੇ ਇਹ ਕੁੱਲ ਦੌਲਤ ਅਤੇ ਸ਼ਕਤੀ ਇਕੱਠੀ ਕਰਕੇ ਪੂਰਨ ਦੁਨੀਆ ਨੂੰ ਬੰਦੀ ਬਣਾਉਣ ਵਿੱਚ ਜੁਟੇ ਹੋਏ ਹਨ। ਮੌਂਟਲਾਰਕ 1700 ਈਡੀ ਦਾ ਕਹਿਣਾ ਹੈ, ਜਸੂਈਟ ਸਮਾਜ ਆਪਣੀ ਸ਼ਕਤੀ ਦੇ ਬਲਬੂਤੇ ਦਿਨ ਨੂੰ ਰਾਤ ਕਰ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਝੱਟ ਬਦਲਦੇ ਸੁਭਾਅ ਬਾਰੇ ਅੰਨ੍ਹਿਆਂ ਬੋਲਿਆਂ ਕਰ ਸਕਦਾ ਹੈ। 1929 ਵਿੱਚ ਵੈਟੀਕਨ ਦੇਸ਼ ਦਾ ਦਰਜਾ ਮਿਲਦੇ ਹੀ ਹਿਟਲਰ ਦੇ ਇਤਾਲਵੀ ਸਾਥੀ ਮੁਸੋਲੀਨੀ ਦੇ ਨਾਲ ਸਾਥੀ ਸੰਧੀ ਕਰਦਿਆਂ $85 ਮਿਲੀਅਨ ਪੌਪ ਦੀ ਝੋਲੀ ਪਏ। ਪੌਪ ਪਾਈਸ ਨੇ ਜਰਮਨੀ ਵਿੱਚ ਕੇਂਦਰੀ ਈਸਾਈ ਪਾਰਟੀ ਭੰਗ ਕਰ ਦਿੱਤੀ, ਜਿਸ ਨਾਲ ਹਿਟਲਰ ਦੀ ਨਾਜ਼ੀ ਸੋਸ਼ਲਿਸਟ ਪਾਰਟੀ ਲਈ ਰਾਹ ਸਾਫ਼ ਹੋ ਗਿਆ। ਅਮਰੀਕਾ ਦੇ 1946 ਦੇ ਖਜ਼ਾਨਾ ਵਿਭਾਗ ਮੁਤਾਬਕ ਉਸ ਵੇਲੇ ਵੈਟੀਕਨ ਕੋਲ 200 ਮਿਲੀਅਨ ਤੋਂ ਵੱਧ ਸਵਿਸ ਫਰੰਕ ਸਨ। ਦੂਜੀ ਵਿਸ਼ਵ ਜੰਗ ਦੇ ਖਾਤਮੇ ਉੱਤੇ ਵੈਟੀਕਨ ਵਸੀਲਿਆਂ, ਜਿਨ੍ਹਾਂ ਨੂੰ
ਰੈਡ ਲਾਈਨ ਕਿਹਾ ਜਾਂਦਾ ਸੀ, ਰਾਹੀਂ 30,000 ਤੋਂ ਵੱਧ ਨਾਜ਼ੀਆਂ ਨੂੰ ਜਰਮਨੀ ਵਿੱਚੋਂ ਕੱਢ ਲਿਆ ਗਿਆ। ਵੈਟੀਕਨ ਆਸਰੇ ਨਾਲ ਇਹ ਲੋਕ ਦੱਖਣੀ ਅਮਰੀਕਾ ਅਤੇ USA ਪਹੁੰਚ ਗਏ। ਦੁਨੀਆ ਦੀ ਕੁੱਲ ਬੈਂਕਕਾਰੀ ਪਿੱਛੇ ਵੈਟੀਕਨ ਦਾ ਹੱਥ ਹੈ। ਪੈਸਾ ਇੱਧਰੋਂ ਉੱਧਰ ਹਿਲਾਉਣ ਦੀ ਚਾਬੀ ਜਿਸ ਦੇ ਕੋਲ ਹੈ ਉਹ ਹੈ ਬੈਂਕ ਆਫ ਇੰਗਲੈਂਡ। ਅਮਰੀਕਾ ਦਾ ਫੈਡਰਲ ਰਿਜ਼ਰਵ ਤਾਂ ਚੀਜ਼ ਹੀ ਕੁਝ ਨਹੀਂ। ਅਮਰੀਕੀ ਬੈਂਕਾਂ ਨੂੰ ਹੁਕਮ ਕਿੱਧਰੋਂ ਆਉਂਦੇ ਨੇ? ਫੈਡਰਲ ਰਿਜ਼ਰਵ ਅਮਰੀਕਾ ਅੰਦਰ ਇੱਕ ਮਹਾਂ ਧੋਖਾ ਹੈ। ਇਹ ਮੁਨਾਫਾ ਕਮਾਉਂਦਾ ਨਿੱਜੀ ਅਦਾਰਾ ਅਮਰੀਕੀ ਬੈਂਕਾਂ ਨੂੰ ਡਾਲਰ ਨੋਟ ਛਾਪ ਕੇ ਦਿੰਦਾ ਹੈ, ਜਿਸ ਉੱਤੇ ਸੂਦ ਵਸੂਲ ਕਰਦਾ ਹੈ। ਇੱਕ ਮਦਾਰੀ ਵਾਂਗ ਹਵਾ ਵਿੱਚ ਹੱਥ ਹਿਲਾਉਂਦਾ ਹੈ ਅਤੇ ਡਾਲਰਾਂ ਦੀਆਂ ਪੇਟੀਆਂ ਤਿਆਰ। $1 ਛਾਪਣ ਤੇ 1 ਸੈਂਟ ਦਾ ਤੀਜਾ ਹਿੱਸਾ ਖਰਚ ਆਉਂਦਾ ਹੈ। ਇਹ ਲੁੱਟ 1913 ਤੋਂ ਜਾਰੀ ਹੈ, ਜਦੋਂ ਯਹੂਦੀ ਪ੍ਰਧਾਨ ਵਿਲਸਨ ਦੀ ਅਗਵਾਈ ਹੇਠ ਅਮਰੀਕੀ ਖਜ਼ਾਨੇ ਦੀ ਸ਼ਾਹ ਰਗ ਰਾਉਥਚਾਈਲਡ ਅਤੇ ਸਾਥੀ ਬੈਂਕਰਾਂ ਦੇ ਹਵਾਲੇ ਕਰ ਦਿੱਤੀ ਗਈ। ਫੈਡਰਲ ਰਿਜ਼ਰਵ ਐਕਟ ਜੋ ਅਮਰੀਕੀ ਸੈਨੇਟ ਨੇ ਪਾਸ ਕੀਤਾ ਸੀ, ਉਸ ਦੇ ਲਿਖਣ ਵਾਲਾ ਸੀ ਲੰਡਨ ਵਿੱਚ ਬੈਠਾ ਬੈਰਨ ਅਲਫਰਡ ਰਾਉਥਚਾਈਲਡ। ਇਹ ਐਕਟ ਪਾਸ ਹੋਣ ਤੋਂ ਪਹਿਲਾਂ ਨਿੱਜੀ ਬੈਂਕਰ ਵਾਰਬਰਗ, ਮਾਰਗਨ, ਰਾਕਫੈਲਰ, ਕੋਹਨ, ਲੋਇਬ ਕੰਪਨੀ ਆਦਿ ਆਪੋ ਵਿੱਚ ਖਹਿੰਦੇ ਰਹਿੰਦੇ ਸਨ। ਹੁਣ ਉਹਨਾਂ ਨੇ ਸੰਗਠਨ ਬਣਾ ਲਿਆ। ਬੈਂਕਾਂ ਦੇ ਗੁੱਟ ਵਿੱਚ ਸਭ ਤੋਂ ਜਾਣਕਾਰ ਸੀ ਵਾਰਬਰਗ। ਇਸ ਜੈਸੂਈ ਏਜੰਡੇ ਨੂੰ ਅੱਗੇ ਲਿਆਉਣ ਵਾਲੇ ਨੇ ਇੱਕ ਵਾਰ ਸੈਨੇਟ ਦੇ ਅੰਦਰ ਇਹ ਬਿਆਨ ਦਿੱਤਾ, ਭਾਵੇਂ ਚੰਗਾ ਲੱਗੇ ਜਾਂ ਨਾ, ਅਸਾਂ ਦੁਨੀਆ ਲਈ ਇੱਕ ਸਰਕਾਰ ਬਣਾਉਣੀ ਹੈ। ਸਵਾਲ ਇੱਕ ਹੀ ਹੈ ਕਿ ਇਹ ਵਿਸ਼ਵ ਸਰਕਾਰ ਧੱਕੇ ਨਾਲ ਬਣੇਗੀ ਜਾਂ ਰਜ਼ਾਮੰਦੀ ਨਾਲ। ਕਿਤਾਬ ਸੱਚ ਦੀ ਭਾਲ ਵਿੱਚ, ਲੇਖਕ ਡਾਕਟਰ ਦਲਜੀਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।